ਘਰ-ਬਾਰ ਪ੍ਰੋਗਰਾਮ 'ਚ ਦਰਸ਼ਕਾਂ ਦਾ ਭਰਪੂਰ ਸਵਾਗਤ ਕਰਦੀ ਹਾਂ। ਪਿਆਰੇ ਦਰਸ਼ਕੋ, ਇਹ ਪ੍ਰੋਗਰਾਮ ਸਾਨੂੰ ਘਰੇਲੂ ਔਰਤਾਂ ਤੇ ਕੰਮਕਾਰੀ ਔਰਤਾਂ ਦੋਹਾਂ ਦੀਆਂ ਅਲੱਗ-ਅਲੱਗ ਸਮੱਸਿਆਵਾਂ ਬਾਰੇ ਝਾਤ ਪਾਉਂਦਾ ਰਹਿੰਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਔਰਤ ਦੀਆਂ ਚੁਣੌਤੀਆਂ ਦੀ, ਉਸ ਦੀ ਤਰੱਕੀ ਦੀ ਤੇ ਉਸ ਦੀਆਂ ਬਹੁਤ ਸਾਰੀਆਂ ਸੰਘਰਸ਼ ਦੇ ਦੌਰ ਦੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਔਰਤ ਦੇ ਸੰਘਰਸ਼ ਦੇ ਦੌਰ ਦੀ, ਤਾਂ ਇਹ ਦੌਰ ਜਿਹੜਾ ਹੈ ਬਹੁਤ ਘਰੇਲੂ ਪੱਧਰ ਤੋਂ ਸ਼ੁਰੂ ਹੋ ਕੇ ਤੇ ਫਿਰ ਸਾਰੇ ਖੇਤਰਾਂ ਵਿੱਚ ਉਸ ਦਾ ਇੱਕ ਜਿਹੜਾ ਮੁਕਾਮ ਆ ਉਸ ਦੇ ਹਾਸਲ ਕਰਨ ਤੱਕ ਇਹ ਸੰਘਰਸ਼ ਚੱਲਦਾ ਰਹਿੰਦਾ ਹੈ। ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਦੇਸ਼ ਦੀ ਤਰੱਕੀ ਵਿੱਚ ਔਰਤਾਂ ਦਾ ਯੋਗਦਾਨ। ਇਸ ਵਿਸ਼ੇ ਤੇ ਚਾਨਣਾ ਪਾਉਣ ਲਈ ਸਾਡੇ ਕੋਲ ਮਾਹਿਰ ਮਹਿਮਾਨ ਡਾਕਟਰ ਬਰਿੰਦਰ ਕੌਰ ਹਾਜ਼ਰ ਨੇ। ਡਾਕਟਰ ਬਰਿੰਦਰ ਕੌਰ, ਜਿਨ੍ਹਾਂ ਦਾ ਕਿ ਨਾਰੀ ਸਿੱਖਿਆ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਹੈ, ਕਿੱਤੇ ਵਜੋਂ ਪ੍ਰਿੰਸੀਪਲ ਤੇ ਉਂਝ ਵੀ ਸਾਹਿਤਕ ਖੇਤਰ 'ਚ ਆਪਣਾ ਨਾਮਣਾ ਖੱਟਣ ਵਾਲੇ, ਜਿਨ੍ਹਾਂ ਨੇ 6 ਪੁਸਤਕਾਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲਿਖੀਆਂ। ਸੱਭਿਆਚਾਰ ਤੇ ਲੋਕ ਸੱਭਿਆਚਾਰ ਨਾਲ ਜੁੜੀ ਸ਼ਖਸੀਅਤ, ਗਿੱਧਿਆਂ ਦੇ ਖੇਤਰ ਵਿੱਚ ਵੀ ਧਮਾਲਾਂ ਪਾਉਂਦੇ ਸੀ ਤੇ ਆਪਣੇ ਖੇਡ ਖੇਤਰ ਵਿੱਚ ਵੀ ਇਹਨਾਂ ਨੇ ਹਾਕੀ ਦੇ ਖੇਤਰ 'ਚ ਆਪਣਾ ਵਿਸ਼ੇਸ਼ ਨਾਮਣਾ ਖੱਟਿਆ। ਡਾਕਟਰ ਬਰਿੰਦਰ ਜੀ, ਮੈਂ ਇਸ ਸਟੂਡੀਓ 'ਚ ਤੁਹਾਡਾ ਸਵਾਗਤ ਕਰਦੀ ਹਾਂ। ਬਹੁਤ ਸ਼ੁਕਰੀਆ ਕੁਲਜੀਤ, ਬਹੁਤ ਸ਼ੁਕਰੀਆ। ਜਦੋਂ ਅਸੀਂ ਔਰਤ ਦੀ ਤਰੱਕੀ ਦੀ ਗੱਲ ਕਰਦੇ ਹਾਂ ਜਾਂ ਖਾਸ ਕਰਕੇ ਦੇਸ਼ ਦੇ ਵਿਕਾਸ ਦੇ ਵਿੱਚ ਔਰਤ ਦਾ ਜਿਹੜਾ ਯੋਗਦਾਨ ਆ, ਉਹ ਇੱਕ ਮਰਦ ਦੀ ਅਰਧਾਂਗਨੀ ਹੋਣ ਦੇ ਨਾਤੇ ਉਸ ਨੂੰ ਹੱਲਾਸ਼ੇਰੀ ਦੇਣਾ ਔਰ ਉਸ ਦਾ ਵੀ ਇੱਕ ਸਹਾਰਾ, ਇੱਕ ਸਾਥ ਦੇਣਾ ਉੱਥੋਂ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਅਸੀਂ ਘਰੇਲੂ ਜੀਵਨ ਤੋਂ ਗੱਲ ਕਰੀਏ ਤਾਂ ਔਰਤ ਦਾ ਜੋ ਘਰੇਲੂ ਜਾਂ ਪਰਿਵਾਰਕ ਰੁਤਬਾ ਹੈ ਉਹੀ ਉਸ ਨੂੰ ਅੱਗੇ ਸਮਾਜਿਕ ਤੌਰ ਤੇ ਪਛਾਣ ਦੇਣ 'ਚ ਸਹਾਇਕ ਬਣਦਾ ਹੈ। ਤਾਂ ਤੁਸੀਂ ਸਾਡੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਔਰਤ ਦਾ ਜੋ ਘਰੇਲੂ ਜੀਵਨ ਤੋਂ ਨਿਕਲ ਕੇ ਇੱਕ ਸਮਾਜਿਕ ਪਛਾਣ ਬਣਾਉਣ ਦੇ ਵਿੱਚ ਜੋ ਸੰਘਰਸ਼ ਦਾ ਦੌਰ ਹੈ, ਉੱਥੋਂ ਗੱਲ ਅਸੀਂ ਸ਼ੁਰੂ ਕਰਦੇ। ਕੁਲਜੀਤ ਜੀ, ਪਹਿਲੇ ਤਾਂ ਮੈਂ ਬਹੁਤ ਸ਼ੁਕਰੀਆ ਕਰਾਂਗੀ ਦੂਰਦਰਸ਼ਨ ਦਾ ਵੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਔਰ ਖਾਸ ਕਰਕੇ ਔਰਤਾਂ ਦੇ ਬਾਰੇ 'ਚ ਹਰ ਖੇਤਰ ਦੇ ਨਾਲ ਜੁੜੇ ਹੋਏ ਹੋਣ ਕਰਕੇ ਤੁਸੀਂ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਕਰਦੇ ਰਹਿੰਦੇ ਹੋ। ਔਰ ਅੱਜ ਤੁਸੀਂ ਵਿਸ਼ੇਸ਼ ਤੌਰ 'ਤੇ ਜਿਹੜੀਆਂ ਚੁਣੌਤੀਆਂ ਦਰਪੇਸ਼ ਨੇ ਸਾਨੂੰ ਦੇਸ਼ ਦੀ ਤਰੱਕੀ ਦੇ ਵਾਸਤੇ ਸਾਡਾ ਕੀ ਯੋਗਦਾਨ ਹੈ, ਇਸ ਪ੍ਰੋਗਰਾਮ ਦੇ ਵਾਸਤੇ ਇਸ ਦੇ ਬਾਰੇ ਗੱਲਬਾਤ ਕਰਨ ਵਾਸਤੇ ਤੁਸੀਂ ਇੱਥੇ ਸੱਦਿਆ ਹੈ। ਇਹ ਅਸੀਂ ਮੰਨ ਕੇ ਚੱਲੀਏ ਕਿ ਥੋੜ੍ਹਾ ਜਿਹਾ ਜੇ ਅਸੀਂ ਪਿੱਛੇ ਨੂੰ ਦੇਖੀਏ, ਥੋੜ੍ਹਾ ਜਿਹਾ ਇਤਿਹਾਸ ਫਰੋਲੀਏ, ਥੋੜ੍ਹੇ ਇਤਿਹਾਸ ਦੇ ਪੰਨੇ ਫਰੋਲੀਏ, ਤਾਂ ਸਾਨੂੰ ਇਹ ਲੱਗੇਗਾ ਕਿ ਕਿਸੇ ਵੀ ਤੌਰ 'ਤੇ ਕਿਸੇ ਵੀ ਤਰ੍ਹਾਂ ਨਾਲ ਸਾਡਾ ਰੁਤਬਾ ਜਿਹੜਾ ਹੈ ਸਮਾਜ ਦੇ ਵਿੱਚ ਉਹ ਪਰਮਾਤਮਾ ਨੇ ਘੱਟ ਬਣਾ ਕੇ ਨਹੀਂ ਭੇਜਿਆ ਹੈ। ਬਿਲਕੁਲ, ਇਹ ਸਿਰਫ ਹੌਲੀ ਹੌਲੀ ਸਮੇਂ ਦਾ ਦੌਰ ਹੈ, ਦੌਰ ਦੇ ਵਿੱਚੋਂ ਗੁਜ਼ਰਦੇ ਗਏ ਤੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਚੁਣੌਤੀਆਂ ਸਾਨੂੰ ਦਰਪੇਸ਼ ਹੋਣ ਲੱਗੀਆਂ ਜਿੱਥੇ ਸਾਨੂੰ ਇਹ ਲੱਗਣ ਲੱਗ ਗਿਆ ਔਰ ਸਾਨੂੰ ਇਹ ਪ੍ਰੂਵ ਵੀ ਕਰਨਾ ਪੈਂਦਾ ਅੱਜ ਕੱਲ੍ਹ ਕਿ ਤੁਸੀਂ ਹਰ ਇੱਕ ਤਰ੍ਹਾਂ ਵਾਸਤੇ ਤੁਸੀਂ ਐਮਪਾਵਰਡ ਹੈਗੇ ਹੋ, ਸક્ષਮ ਹੈਗੇ ਹੋ, ਤੁਸੀਂ ਇਹ ਕੰਮ ਕਰ ਸਕਦੇ ਹੈਗੇ ਹੋ। ਤੇ ਜੇ ਅਸੀਂ ਪਿੱਛੇ ਨੂੰ, ਮੈਨੂੰ ਯਾਦ ਹੈ ਕਿ ਇੱਕ ਕਿਤਾਬ ਮੈਂ ਪੜ੍ਹੀ ਸੀ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਸੀ, ਰਾਹੁਲ ਸਾਂਕਰਨਤਾਇਨ ਦੀ ਉਹ ਕਿਤਾਬ ਹੈ ਤਾਂ ਉਹ ਹਿੰਦੀ ਦੇ ਵਿੱਚ ਲਿਖੀ ਹੋਈ ਹੈ, ਪਰ ਉਹ ਮੈਂ ਪੰਜਾਬੀ ਦੇ ਵਿੱਚ ਉਹਦੀ ਟਰਾਂਸਲੇਸ਼ਨ ਪੜ੍ਹੀ ਹੈ, ਵੋਲਗਾ ਸੇ ਗੰਗਾ ਤੱਕ। ਉਸ ਕਿਤਾਬ ਦੇ ਹਵਾਲੇ ਦੇ ਨਾਲ ਜੇ ਅਸੀਂ ਦੇਖਦੇ ਹਾਂ ਤਾਂ ਉਸ ਤੋਂ ਸਾਨੂੰ ਪਤਾ ਇਹ ਲੱਗਦਾ ਹੈ ਕਿ ਕਿਸੇ ਵੇਲੇ ਔਰਤ ਪ੍ਰਧਾਨ ਸਮਾਜ ਜਿਹੜਾ ਹੈ ਉਸ ਵੇਲੇ ਚੱਲ ਰਿਹਾ ਸੀ। ਔਰਤ ਸ਼ਿਕਾਰ ਕਰਦੀ, ਔਰਤ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੀ ਤੇ ਔਰਤ ਦਾ ਹੀ ਜਿਹੜਾ ਹਰ ਗੱਲ ਦੇ ਵਿੱਚ ਜਿਹੜਾ ਹੈ ਜੋ ਵੀ ਉਹ ਡਿਸੀਜ਼ਨ ਹੁੰਦਾ ਉਸ ਨੂੰ ਪਰਿਵਾਰ ਮੰਨਦਾ ਔਰ ਉਸ ਦੇ ਨਾਲ ਹੀ ਪਰਿਵਾਰ ਖੜਾ ਰਹਿੰਦਾ। ਔਰ ਹੌਲੀ ਹੌਲੀ ਕਿਸ ਤਰ੍ਹਾਂ ਦੇ ਅਸੀਂ ਸਮਾਜਿਕ ਦੌਰ ਦੇ ਵਿੱਚੋਂ ਗੁਜ਼ਰੇ ਹੋਏ ਹੋਵਾਂਗੇ ਜਿੱਥੇ ਸਮਾਜ ਦੀ ਤਰੱਕੀ ਕਰਦੇ ਗਏ ਅਸੀਂ ਤੇ ਨਾਲ ਦੀ ਨਾਲ ਹੀ ਔਰਤ ਦਾ ਰੁਤਬਾ ਜਿਹੜਾ ਹੈ ਉਹ ਵੀ ਹੇਠਾਂ ਨੂੰ ਆਉਂਦਾ ਗਿਆ। 14ਵੀਂ ਈਸਵੀ ਸਦੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਦੁਬਾਰਾ ਇਸ ਰੁਤਬੇ ਦੀ ਗੱਲ ਚੱਲਦੀ ਹੈ ਕਿਉਂਕਿ ਉਸ ਵੇਲੇ ਆਰਿਆ ਸੰਸਕ੍ਰਿਤੀ ਹੈ, ਸਾਮੀ ਸੰਸਕ੍ਰਿਤੀ ਹੈ ਔਰ ਉਹਨਾਂ ਦੋਹਾਂ ਦੇ ਸੁਮੇਲ ਦੇ ਵਿੱਚੋਂ ਇੱਕ ਨਵਾਂਪਨ ਜਿਹੜਾ ਹੈ ਸੰਸਕ੍ਰਿਤੀ ਦਾ ਉਹ ਪੈਦਾ ਹੁੰਦਾ ਹੈ, ਇੱਕ ਨਵੀਂ ਸੋਚ ਉੱਭਰਦੀ ਹੈ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਨਾਲ। ਬਿਲਕੁਲ, ਜਿਨ੍ਹਾਂ ਨੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਸ ਸ਼ਬਦ ਦੀ ਰਚਨਾ ਕੀਤੀ, ਖਾਸ ਤੌਰ 'ਤੇ ਇਸ ਕਰਕੇ ਕਿਉਂਕਿ ਉਸ ਵੇਲੇ ਸਮਾਜ ਦੇ ਵਿੱਚ ਐਸਾ ਰੁਤਬਾ ਗਿਰਾ ਚੁੱਕੇ ਸਨ ਲੋਕ, ਔਰਤ
ਦੀ ਮੱਤ ਜਿਹੜੀ ਹੈ ਉਹਦੀ ਗੁੱਤ ਦੇ ਪਿੱਛੇ ਹੈ, ਹਾਂਜੀ। ਔਰਤ ਦੀ ਮੱਤ, ਔਰਤ ਨੂੰ ਸਦਾ ਜੁੱਤੀ ਥੱਲੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਜਿਹੜੇ ਮੁਹਾਵਰੇ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਉਹ ਸਾਡੇ ਉੱਪਰ ਜ਼ਿਆਦਾ ਭਾਰੂ ਹੁੰਦੀ ਜਾ ਰਹੀ ਸੀ। ਬਿਲਕੁਲ। ਜਿੱਥੇ ਗੁਰੂ ਸਾਹਿਬਾਨ ਨੇ ਯਾਦ ਦਿਵਾਇਆ ਕਿ ਔਰਤ ਜਿਸਨੇ ਰਾਜੇ ਮਹਾਰਾਜੇ ਪੈਦਾ ਕਰਤੇ, ਜਿਸਨੇ ਗੁਰੂ ਪੈਦਾ ਕੀਤੇ, ਉਸ ਦਾ ਰੁਤਬਾ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਹੋ ਸਕਦਾ। ਬਿਲਕੁਲ। ਤਾਂ ਉੱਥੋਂ ਮੈਨੂੰ ਲੱਗਦਾ ਹੈ ਕਿ ਸਾਡੀ ਸੰਸਕ੍ਰਿਤੀ ਦੇ ਵਿੱਚ, ਭਾਰਤੀ ਸੰਸਕ੍ਰਿਤੀ ਦੇ ਵਿੱਚ ਇੱਕ ਤਰ੍ਹਾਂ ਨਾਲ ਰਿਵਾਈਵਲ ਜਿਹੜਾ ਹੈ ਉਹ ਸਾਡਾ ਹੁੰਦਾ ਹੈ ਤੇ ਅਸੀਂ ਹੌਲੀ ਹੌਲੀ ਜਿਹੜਾ ਹੈ ਸਮਾਜ ਸਾਡੀ ਪਹਿਚਾਣ ਦੁਬਾਰਾ ਜਿਹੜੀ ਹੈ ਉਹ ਕਰਦਾ ਹੈ। ਔਰ ਅੱਜ 20ਵੀਂ ਸਦੀ ਤੱਕ ਅਸੀਂ ਤਕਰੀਬਨ ਜੇ ਦੇਖੀਏ ਤੇ ਜੇ ਡਿਗਰੀਆਂ ਦਿੰਦੇ ਆ ਯੂਨੀਵਰਸਿਟੀ ਦੇ ਵਿੱਚ ਤੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਤਕਰੀਬਨ 80-85% ਕੁੜੀਆਂ ਹੀ ਹੁੰਦੀਆਂ ਨੇ। ਬਿਲਕੁਲ ਬਿਲਕੁਲ। ਤੇ ਇਸ 14ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਬਹੁਤ ਵੱਡਾ ਦੌਰ ਹੈ ਜਿਸ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹਦਾ ਸਾਹਮਣਾ ਕਰਨਾ ਪਿਆ ਹੈ। ਬਿਲਕੁਲ। ਔਰ ਜਿਹਦੇ ਬਾਰੇ ਚ ਤੁਸੀਂ ਬੜੇ ਵਿਸਥਾਰ ਸਾਨੂੰ ਜਿਹੜਾ ਇਸਤਰੀ ਦੀ, ਔਰਤ ਦਾ ਜਿਹੜਾ ਵਿਕਾਸ ਦਾ ਦੌਰ ਹੈ ਉਹ ਦੱਸਿਆ। ਔਰ ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਕਿ ਪੈਰੀਂ ਛਾਲੇ ਦੇਣ ਗਵਾਹੀ ਕਿ ਘਰ ਇੱਥੇ ਪੁੱਜੀ ਹਾਂ, ਪਤਾ ਜੇ ਕਿੰਨੇ ਥਲਾਂ ਚੋਂ ਲੰਘ ਕੇ ਮੈਂ ਇਹ ਸਫ਼ਰ ਮੁਕਾਇਆ ਹੈ। ਉਹ ਜਿਹੜਾ ਸਫ਼ਰ ਹੈ ਔਰਤ ਦਾ, ਬਹੁਤ ਸਾਰੇ ਥਲਾਂ ਚੋਂ ਨਿਕਲ ਕੇ, ਬਹੁਤ ਸਾਰੀਆਂ ਚੁਣੌਤੀਆਂ ਚੋਂ ਨਿਕਲ ਕੇ ਜਿਹੜਾ, ਔਰ ਤੁਸੀਂ ਬੜੀ ਇੱਕ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਨਾਰੀ ਸਿੱਖਿਆ, ਤੁਸੀਂ ਜਿਵੇਂ ਦੱਸਿਆ ਕਿ ਡਿਗਰੀਆਂ ਲੈਣ ਵੇਲੇ ਲੜਕੀਆਂ ਦੀ ਗਿਣਤੀ ਜਿਹੜੀ ਹੈ ਅੱਜ ਕੱਲ੍ਹ ਬਹੁਤ ਉਤਸ਼ਾਹਜਨਕ ਹੈ। ਤਾਂ ਤੁਸੀਂ ਇਹ ਸਮਝਦੇ ਹੋ ਕਿ ਜਿਹੜੀ ਦੇਸ਼ ਦੇ ਵਿਕਾਸ ਦੇ ਵਿੱਚ ਔਰਤਾਂ ਦਾ ਯੋਗਦਾਨ ਤਾਂ ਹੈ, ਲੇਕਿਨ ਔਰਤਾਂ ਦੇ ਤਰੱਕੀ ਦੇ ਵਿੱਚ ਨਾਰੀ ਸਿੱਖਿਆ ਜਿਹੜੀ ਆ ਉਹ ਇੱਕ ਮਹੱਤਵਪੂਰਨ। ਇਹ ਜਿਹੜਾ ਸਵਾਲ ਕੀਤਾ ਤੁਸੀਂ, ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਔਰ ਜਦ ਜਿਵੇਂ ਮੈਂ ਦੇਖਦੀ ਹਾਂ, ਅਸੀਂ ਪੜ੍ਹ ਲਿਖ ਗਏ, ਅਸੀਂ ਜਿਹਨੂੰ ਕਹਿੰਦੇ ਆ ਇੱਕ ਤਰ੍ਹਾਂ ਨਾਲ ਬੜੇ ਲੱਕੀ ਰਹੇ ਕਿ ਸਾਡੇ ਮਾਂ ਬਾਪ ਨੇ ਆਪ ਅਨਪੜ੍ਹ ਹੁੰਦੇ ਹੋਏ ਵੀ ਸਾਨੂੰ ਪੜ੍ਹਾਇਆ ਔਰ ਇੱਥੋਂ ਤੱਕ ਲੈ ਕੇ ਆਏ। ਨੌਕਰੀਆਂ ਵੀ ਕਰ ਰਹੇ ਹਾਂ ਅਸੀਂ, ਔਰ ਕੰਮ ਕਾਜੀ ਸਥਾਨ ਦੇ ਉੱਪਰ ਜਿਹੜੀਆਂ ਔਰਤਾਂ ਦਾ ਰੁਤਬਾ ਹੈ ਉਹਦੇ ਨਾਲ ਵੀ ਵਾਬਸਤਾ ਹੈਗੀਆਂ। ਰੋਜ਼ ਜਿਹੜੀਆਂ ਚੁਣੌਤੀਆਂ ਆਉਂਦੀਆਂ ਨੇ ਉਹ ਅਸੀਂ ਦੇਖਦੇ ਹਾਂ। ਔਰ ਆਪ ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਜੇ 30-30, 35-35 ਸਾਲ ਸਾਨੂੰ ਨੌਕਰੀ ਕਰਦਿਆਂ ਨੂੰ ਹੋ ਗਏ ਨੇ, ਤੇ ਉਸ ਤੋਂ ਪਹਿਲੇ ਕਿੰਨੇ ਸਾਲ ਅਸੀਂ ਪੜ੍ਹਾਈ ਕੀਤੀ ਹੈ, ਔਰ ਪੜ੍ਹਨ ਦੇ ਵੇਲੇ ਤੱਕ ਦਾ ਸਮਾਂ ਔਰ ਹੁਣ ਤੱਕ ਦੇ ਸਮੇਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਆਇਆ ਹੈ। ਲੇਕਿਨ ਇਹ ਰਸਤਾ ਆਸਾਨ ਨਹੀਂ ਸੀ ਤੇ ਨਾ ਹੀ ਇਹ ਆਉਣ ਵਾਲੇ ਸਮੇਂ 'ਚ ਆਸਾਨ ਹੋਣ ਵਾਲਾ ਹੈ, ਕਿਉਂਕਿ ਜਿਹੜਾ ਸਮਾਜ ਹੈ ਉਹ ਸਮਾਜ ਰੂਪੀ ਗੱਡੀ ਦੇ ਦੋ ਪਹੀਏ ਨੇ, ਮਰਦ ਔਰ ਔਰਤ। ਤੇ ਜੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਹੁੰਦਾ ਹੈ ਤੇ ਤਾਂ ਹੀ ਇਹ ਸਮਾਜ ਜਿਹੜਾ ਹੈ ਉਹ ਬਰਾਬਰਤਾ ਦੇ ਰੂਪ ਦੇ ਵਿੱਚ ਚੱਲਦਾ ਹੈ, ਨਾ ਅੱਗੇ ਜਾ ਕੇ ਨਾ ਪਿੱਛੇ ਜਾ ਕੇ। ਖੂਬਸੂਰਤੀ ਇਸ ਗੱਲ ਦੀ, ਇਸ ਦੌਰ ਦੀ ਇਹ ਹੈਗੀ ਹੈ ਕਿ ਸਾਨੂੰ ਇੱਕ ਮੌਕਾ ਮਿਲਿਆ ਹੈ ਔਰ ਆਪਣੀ ਪਛਾਣ ਬਣਾਉਣ ਦਾ। ਬਿਲਕੁਲ। ਸਾਡੇ 'ਚ ਕੀ ਕਲਾ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਦੂਸਰਿਆਂ ਦੇ ਵਾਸਤੇ ਜਿਹੜਾ ਹੈ ਉਹ ਹਰ ਤਰ੍ਹਾਂ ਨਾਲ ਸੰਪੂਰਨਤਾ ਦੇ ਨਾਲ, ਸਮਰਪਣ ਭਾਵਨਾ ਦੇ ਨਾਲ ਕੰਮ ਕਰ ਸਕਦੇ ਹਾਂ ਔਰ ਉਹਨਾਂ ਉਸ ਕੰਮ ਨੂੰ ਵਧੀਆ ਤਰੀਕੇ ਨਾਲ ਅੰਜਾਮ ਵੀ ਦੇ ਸਕਦੇ ਹਾਂ। ਇਹ ਸਾਨੂੰ ਪ੍ਰੂਵ ਕਰਨ ਵਾਸਤੇ ਸਾਡੇ ਕੋਲ ਇੱਕ ਵਧੀਆ ਮੌਕਾ ਹੈ, ਸਾਨੂੰ ਵਧੀਆ ਪਲੇਟਫਾਰਮ ਮਿਲਿਆ ਹੈ। ਇਹ ਔਰਤਾਂ ਨੂੰ ਮਿਲਣਾ ਜ਼ਰੂਰੀ ਹੈ। ਬਿਲਕੁਲ। ਇਹ ਸਾਡੀ ਪ੍ਰਾਪਤੀ ਇਸ ਸਮੇਂ ਦੀ ਕਹੀ ਜਾ ਸਕਦੀ ਹੈ ਕਿ ਅਸੀਂ ਇੱਥੋਂ ਤੱਕ ਆ ਗਏ। ਸਾਡੇ ਮਾਂ ਬਾਪ ਨੇ ਸਾਨੂੰ ਘਰੋਂ ਭੇਜਿਆ ਪੜ੍ਹਨ ਵਾਸਤੇ, ਪੜ੍ਹ ਲਿਖ ਕੇ ਅਸੀਂ ਸਮਾਜ 'ਚ ਆ ਗਏ। ਪਰ ਇੱਕ ਨਾਲ ਦੀ ਨਾਲ ਜੇ ਅਸੀਂ ਹੁਣ ਮੈਂ ਜਦੋਂ ਦੇਖਦੇ ਹਾਂ ਤਾਂ ਓਬਵੀਅਸਲੀ ਜਦੋਂ ਤੁਸੀਂ ਕੰਮਕਾਜੀ ਔਰਤ ਹੁੰਦੇ ਹੋ ਜਾਂ ਤੁਹਾਡਾ ਆਪਣਾ ਸਮਾਜ ਦੇ ਵਿੱਚ ਇੱਕ ਸਟੇਟਸ ਹੁੰਦਾ ਹੈ, ਤਾਂ ਕੁਦਰਤੀ ਤੌਰ 'ਤੇ ਤੁਸੀਂ ਹੋਰ ਤਰੱਕੀ ਜਿਹੜੀ ਹੈਗੀ ਹੈ ਉਹ ਨਾਲ ਦੀ ਨਾਲ ਸਮੇਂ ਦੇ ਨਾਲ ਕਰਨਾ ਚਾਹੋਗੇ ਜਾਂ ਆਪਣਾ ਰੁਤਬਾ ਪ੍ਰਾਪਤ ਕਰਨਾ ਚਾਹੋਗੇ। ਪਰ ਜਿਵੇਂ ਜਿਵੇਂ ਮੈਂ ਦੇਖਦੀ ਹਾਂ ਕਿ ਹੇਠਲੇ ਪੱਧਰ ਦੇ ਉੱਪਰ ਤਾਂ ਸਾਡੇ ਕੋਲ ਬਹੁਤ ਸਾਰੀਆਂ ਨੌਕਰੀਆਂ ਦੇ ਵਿੱਚ ਅਸੀਂ ਕੁੜੀਆਂ ਨੂੰ ਦੇਖਦੇ ਹਾਂ, ਲੜਕੀਆਂ ਨੂੰ, ਲੇਕਿਨ ਉੱਚ ਪੱਧਰ 'ਤੇ ਜਿਵੇਂ ਜਿਵੇਂ ਉੱਚ ਸਿੱਖਿਆ ਆਉਂਦੀ ਜਾਂਦੀ ਹੈ ਉੱਥੇ ਸਾਡਾ ਜਿਹੜਾ ਨੰਬਰ ਹੈ ਘਟਦਾ ਜਾ ਰਿਹਾ ਹੈ। ਜਾਂ ਜਿੱਥੇ ਜਿੱਥੇ ਕਲੈਰੀਕਲ ਹੈ ਜਾਂ ਸਟੈਨੋ ਹੈ ਜਾਂ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਉੱਥੇ ਸਾਡੀ ਗਿਣਤੀ ਹੈ। ਲੇਕਿਨ ਜਿਵੇਂ ਜਿਵੇਂ ਇਹ ਪਿਰਾਮਿਡ ਬਣਦਾ ਜਾਂਦਾ ਹੈ, ਜਿਵੇਂ ਜਿਵੇਂ ਜਿਹਨੂੰ ਕਹਿੰਦੇ ਨੇ ਕਿ ਜਿੱਥੇ ਅਸੀਂ ਕੋਈ ਡਿਸੀਜਨ ਲੈਣਾ ਹੈ, ਡਿਸੀਜਨ ਮੇਕਿੰਗ ਪੋਸਟਾਂ ਤੱਕ ਜਿੱਥੇ ਸਾਡਾ ਹੋਲਡ ਹੋਏਗਾ, ਜਿੱਥੇ ਔਰਤ ਕੋਈ ਫੈਸਲਾ ਲੈ ਸਕੇ,
ਉਸ ਰੁਤਬੇ ਤੱਕ ਅਸੀਂ ਪਹੁੰਚਦੇ ਪਹੁੰਚਦੇ ਬਹੁਤ ਗਿਣਤੀ ਸਾਡੀ ਘਟ ਜਾਂਦੀ ਹੈ। ਬਹੁਤ ਉਹਦੇ ਪਿੱਛੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈ ਰਾਜਨੀਤੀ ਹੈ। ਹਾਂ, ਇਹਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਇਸ ਰਾਜਨੀਤੀ ਨੂੰ। ਜੇ ਆਪਾਂ ਉਦਾਹਰਨ ਦੇ ਤੌਰ ਤੇ ਪੋਲਿਟਿਕਸ ਦੀ ਗੱਲ ਕਰ ਲਈਏ, ਠੀਕ ਹੈ ਕਿ ਹਿੰਦੁਸਤਾਨ ਅਜੇ ਵੀ ਅਸੀਂ ਅੱਗੇ ਮੰਨਦੇ ਹਾਂ ਆਪਣੇ ਆਪ ਨੂੰ। ਦੇਖੋ ਸਾਡੇ ਕੋਲ ਇੰਦਰਾ ਗਾਂਧੀ ਵਰਗੇ ਪ੍ਰਧਾਨ ਮੰਤਰੀ ਵੀ ਰਹੇ ਨੇ, ਸਾਡੇ ਕੋਲ ਰਾਸ਼ਟਰਪਤੀ ਵੀ ਔਰਤ ਰਾਸ਼ਟਰਪਤੀ ਹੋਏ ਨੇ, ਸਾਡੇ ਕੋਲ ਫਾਈਨਾਂਸ ਮਿਨਿਸਟਰ ਵੀ ਠੀਕ ਹੈ ਔਰਤ ਹੈ, ਸਾਡੇ ਕੋਲ ਬਹੁਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਵੀ ਜਿਹੜੇ ਨੇ ਔਰਤਾਂ ਨੇ। ਔਰ ਪਰ ਦੂਸਰੇ ਪਾਸੇ ਜੇ ਅਸੀਂ ਇਹ ਦੇਖੀਏ ਕਿ ਅਮਰੀਕਾ ਆਪਣੇ ਆਪ ਨੂੰ ਨੰਬਰ 1 ਮੰਨਦਾ ਹੈ ਮੁਲਕ, ਤੇ ਜੇ ਨੰਬਰ 1 ਮੁਲਕ ਦਾ ਅੱਜ ਤੱਕ ਔਰਤ ਜਿਹੜਾ ਹੈ ਰਾਸ਼ਟਰਪਤੀ ਹੈ ਉਹ ਨਹੀਂ ਬਣ ਪਾਇਆ, ਤੇ ਸਾਨੂੰ ਸੋਚਣ ਤੇ ਮਜਬੂਰ ਹੋਣਾ ਪਏਗਾ ਕਿ ਇਹ ਜ਼ਰੂਰੀ ਹੈ ਕਿ ਜਿਹੜੀਆਂ ਜਿੱਥੇ ਸਾਡੇ ਫੈਸਲੇ ਹੋਣੇ ਨੇ ਉਸ ਪੱਧਰ ਤੱਕ ਜਦ ਤੱਕ ਅਸੀਂ ਨਹੀਂ ਜਾਂਦੇ ਉਨੀ ਦੇਰ ਤੱਕ ਸਾਨੂੰ ਗਰਾਊਂਡ ਲੈਵਲ ਤੇ ਵੀ ਉਹ ਸਹੂਲਤਾਂ, ਉਹ ਜਿਹੜੀ ਸਾਡੀਆਂ ਚੁਣੌਤੀਆਂ ਜਾਂ ਉਹ ਸਾਡੀ ਜਿਹੜੀ ਪਹਿਚਾਣ ਹੈ ਉਹ ਬਣਨੀ ਥੋੜੀ ਜੀ ਔਖੀ ਹੈ, ਜਿਹਦੇ ਕਰਕੇ ਅਜੇ ਵੀ ਸਾਨੂੰ ਬਹੁਤ ਸੰਘਰਸ਼ ਵਾਲਾ ਰਸਤਾ ਜਿਹੜਾ ਹੈ ਉਹਨੂੰ ਤੈਅ ਕਰਨਾ ਪਏਗਾ। ਬਿਲਕੁਲ ਜੀ। ਜਦੋਂ ਔਰਤ ਦੇ ਨਾਲ ਅਸੀਂ ਸੰਵੇਦਨਾਵਾਂ ਜਿਹੜੀਆਂ ਨੇ ਬਹੁਤ ਜੁੜ ਜਾਂਦੀਆਂ, ਜਿਵੇਂ ਤੁਸੀਂ ਕਿਹਾ ਕਿ ਫੈਸਲੇ ਲੈਣ ਵਾਲੀ ਜਿਹੜੀ ਸਥਿਤੀ ਆ ਉਦੋਂ ਤੱਕ ਉੱਥੋਂ ਤੱਕ ਔਰਤਾਂ ਦਾ ਮੁਕਾਮ ਪਹੁੰਚਣਾ ਜਿਹੜਾ ਉਹ ਕਾਫੀ ਸੰਘਰਸ਼ਪੂਰਨ ਹੈ। ਤੇ ਜੇ ਔਰਤ ਇਸ ਰੁਤਬੇ ਤੇ ਪਹੁੰਚ ਜਾਂਦੀ ਹੈ, ਤੁਹਾਨੂੰ ਲੱਗਦਾ ਕਿ ਜਿਹੜਾ ਸਾਡਾ ਸਮਾਜ ਦੀ ਮਾਨਸਿਕਤਾ ਆ ਉਹ ਇਸ ਚੀਜ਼ ਨੂੰ ਸਹਿਜੇ ਸਵੀਕਾਰ ਕਰ ਸਕਦੀ ਹੈ ਕਿ ਔਰਤ ਦੀ ਜੋ ਇਸ ਤਰ੍ਹਾਂ ਫੈਸਲਾ ਕੁਨ ਜਿਹੜੇ ਉਹਦਾ ਕੋਈ ਅਸਾਮੀ ਜਾਂ ਪੋਸਟ ਆ ਉੱਤੇ ਜਦੋਂ ਪਹੁੰਚਦੀ ਹੈ ਤਾਂ ਸਮਾਜ ਦੀ ਸੋਚ ਮੈਮ ਨਾਲ ਸਫਰ ਕਰਦੀ ਹੈ। ਇਹ ਜ਼ਰੂਰੀ ਇਸੇ ਕਰਕੇ ਮੈਂ ਕਹਿ ਰਹੀ ਹਾਂ ਕਿ ਸਾਡੇ ਵਾਸਤੇ ਇਹ ਰਸਤਾ ਅਜੇ ਵੀ ਸੌਖਾ ਨਹੀਂ ਹੈ, ਕਿਉਂਕਿ ਜਿੰਨੀ ਗਿਣਤੀ ਘੱਟ ਰਹੇਗੀ ਸਾਡੀ, ਹਾਂਜੀ, ਉਨਾ ਜ਼ਿਆਦਾ ਸਾਨੂੰ ਹੋਰ ਵੀ ਮੁਸ਼ਕਿਲ ਜ਼ਰੂਰ ਹੋਏਗਾ। ਲੇਕਿਨ ਮੈਂ ਮੰਨ ਕੇ ਚੱਲਦੀ ਹੁੰਦੀ ਹਾਂ ਕਿ ਕੁਝ ਵੀ ਅਸੰਭਵ ਨਹੀਂ ਹੈ, ਕਿਉਂਕਿ ਸੰਭਵ ਅਸੰਭਵ ਦੇ ਵਿੱਚ ਹੀ ਲੁਕਿਆ ਹੋਇਆ ਹੁੰਦਾ ਹੈ। ਜਿਵੇਂ ਕਹਿੰਦੇ ਨਥਿੰਗ ਇਜ਼ ਇੰਪੋਸੀਬਲ ਬਿਕਾਜ਼ ਪੋਸੀਬਿਲਿਟੀ ਇਜ਼ ਵਿਦਨ ਇੰਪੋਸੀਬਿਲਿਟੀ। ਤੋ ਇਸ ਕਰਕੇ ਔਰਤ ਦੇ ਵਿੱਚ ਇੰਨੀ ਪਰਮਾਤਮਾ ਨੇ ਇੰਨੀ ਸ਼ਕਤੀ ਦੇ ਕੇ ਤੁਹਾਨੂੰ ਭੇਜਿਆ ਹੋਇਆ। ਸਿਰਫ ਉਹ ਕਹਿੰਦੇ ਨੇ ਜਿਵੇਂ ਗੁਰਬਾਣੀ ਦੇ ਵਿੱਚ ਹੀ ਆਉਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਨੂੰ ਉਸ ਮੂਲ ਨੂੰ ਪਛਾਣਨਾ ਪਏਗਾ। ਜੇ ਇੱਕ ਔਰਤ ਇੱਕ ਬੱਚੇ ਨੂੰ ਜਨਮ ਦੇਣ ਸਮੇਂ ਕਿੰਨੀ ਪੀੜਾ ਸਹਿੰਦੀ ਹੈ, ਉਸ ਨੂੰ ਪਾਲਣ ਵੇਲੇ ਕਿੰਨੀ ਪੀੜਾ ਸਹਿੰਦੀ ਹੈ, ਸ਼ਾਇਦ ਪਿਤਾ ਇਸ ਗੱਲ ਨੂੰ ਨਹੀਂ ਸਮਝ ਪਾਏਗਾ, ਕਿਉਂਕਿ ਇੱਕ ਬੱਚੇ ਨੂੰ ਗਿੱਲੇ ਥਾਂ ਤੋਂ ਸੁੱਕੇ ਥਾਂ ਤੇ ਪਾਉਣਾ, ਇੱਕ ਬੱਚੇ ਇੱਕ ਪਰਿਵਾਰ ਦੇ ਵਾਸਤੇ ਸਾਰਿਆਂ ਨੂੰ ਰੋਟੀ ਖਵਾ ਕੇ ਫਿਰ ਆਪ ਰੋਟੀ ਖਾਣਾ, ਜੇ ਨਹੀਂ ਬਚੀ ਤਾਂ ਢੱਕ ਕੇ ਰੱਖ ਦੇਣਾ, ਚਿੱਕੂ ਕੇ ਹਾਂ ਖਾ ਲਈ ਮੈਂ। ਸੋ ਕਿੰਨਾ ਜਜ਼ਬਾ ਹੈ ਔਰ ਕਿੰਨਾ ਸਮਰਪਣ ਹੈ, ਔਰ ਇਹੀ ਸਮਰਪਣ ਔਰ ਜਜ਼ਬਾ ਔਰ ਸਾਨੂੰ ਹੋਰ ਵੀ ਜ਼ਿਆਦਾ ਜਿਹੜਾ ਸੰਵੇਦਨਸ਼ੀਲ ਬਣਾ ਦਿੰਦਾ ਹੈ। ਦੇਖੋ ਜਦੋਂ ਇੱਕ ਔਰਤ ਇੱਕ ਕਿਸੇ ਵੀ ਸਥਾਨ ਦੇ ਉੱਪਰ ਇੱਕ ਲੀਡਰ ਬਣ ਕੇ ਆਉਂਦੀ ਹੈ, ਉਸ ਵੇਲੇ ਉਸ ਥਾਂ ਤੇ ਜਿਹੜੇ ਕਰਮਚਾਰੀ ਨੇ, ਕੰਮ ਕਰਨ ਵਾਲੇ ਨੇ, ਚਾਹੇ ਕੁੜੀਆਂ ਨੇ, ਮੁੰਡੇ ਨੇ, ਔਰਤਾਂ ਨੇ, ਮਰਦ ਨੇ, ਤਾਂ ਮੈਨੂੰ ਲੱਗਦਾ ਹੈ ਕਿ ਖਾਸ ਕਰਕੇ ਕੁੜੀਆਂ ਦੇ ਵਾਸਤੇ, ਔਰਤਾਂ ਦੇ ਵਾਸਤੇ ਉਹ ਇੱਕਦਮ ਇੱਕ ਤਰ੍ਹਾਂ ਨਾਲ ਸੇਫਟੀ ਬਣ ਕੇ ਤੇ ਉਹ ਇੱਕ ਸ਼ੀਲਡ ਬਣ ਕੇ ਉਹਨਾਂ ਦੇ ਸਾਹਮਣੇ ਲੱਗਦਾ ਹੈ ਕਿ ਹੁਣ ਅਸੀਂ ਠੀਕ ਹੈਗੇ ਹਾਂ, ਸੇਫ ਹੈਗੇ ਹਾਂ। ਤੋ ਇਹ ਇਸ ਤਰ੍ਹਾਂ ਦੇ ਜਿਹੜੇ ਔਰ ਇੱਕ ਹੋਰ ਬਹੁਤ ਖੂਬਸੂਰਤੀ ਜਿਹੜੀ ਹੈ ਔਰਤਾਂ ਦੇ ਵਾਸਤੇ, ਮੈਨੂੰ ਇਹ ਲੱਗਦਾ ਹੈਗਾ ਕਿ ਜਿੱਥੇ ਅਸੀਂ ਇੱਕ ਪਾਸੇ ਚੰਡੀ ਦਾ ਰੂਪ ਵੀ ਹੈਗੇ ਹਾਂ ਅਸੀਂ, ਕਿਉਂਕਿ ਸਾਹਿਤ ਪੜ੍ਹਿਆ ਹੋਇਆ ਹੈ, ਇੱਕ ਪਾਸੇ ਜੇ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ, ਤੇ ਦੂਸਰੇ ਪਾਸੇ ਸਾਡੇ ਕੋਲ ਅਸਥੈਟਿਕਲੀ ਜੇ ਅਸੀਂ ਦੇਖੀਏ ਤਾਂ ਉਨੀ ਹੀ ਸੰਵੇਦਨਸ਼ੀਲਤਾ ਵੀ ਹੈ, ਉਨੀਆਂ ਹੀ ਲੋਰੀਆਂ ਦੇ ਵਿੱਚ ਪਿਆਰ ਵੀ ਹੈ। ਬਿਲਕੁਲ ਜੀ, ਕਿ ਇੱਕਦਮ ਕੋਈ ਬੱਚਾ ਤੁਹਾਡੀ ਗੋਦੀ ਦੇ ਵਿੱਚ ਆਉਂਦਿਆਂ ਹੀ ਉਹ ਸੌਂ ਜਾਂਦਾ ਹੈ, ਸਕੂਨ ਮਹਿਸੂਸ ਕਰਦਾ ਹੈ। ਸੋ ਇਹ ਦੋ ਚੀਜ਼ਾਂ ਦਾ ਸੁਮੇਲ ਹੈ ਔਰਤ, ਔਰ ਇਸੇ ਹੀ ਸੁਮੇਲ ਦੇ ਵਿੱਚੋਂ ਉਹਦੀ ਲੀਡਰਸ਼ਿਪ ਜਿਹੜੀ ਹੈ ਉਹ ਉੱਭਰ ਕੇ ਜਦੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਨੂੰ ਸਫਲਤਾ ਮਿਲਦੀ ਹੈ। ਸਹਿਜਤਾ, ਸੰਵੇਦਨਾ ਤੇ ਸਾਦਗੀ,
ਬਿਲਕੁਲ ਸਮਰਪਣ, ਬਿਲਕੁਲ ਇਹ ਜਿਹੜੀਆਂ ਚਾਰ ਚੀਜ਼ਾਂ ਨੇ ਉਹ ਔਰਤ ਨੂੰ ਇੱਕ ਜਿੱਥੇ ਇੱਕ ਮੁਕੰਮਲ ਤੌਰ ਤੇ ਔਰਤ ਦਾ ਰੂਪ ਦਿੰਦੇ, ਨਾਲ ਦੇ ਜਦੋਂ ਪ੍ਰਬੰਧਕ ਆ ਤਾਂ ਮੇਰਾ ਖਿਆਲ ਇਹ ਚਾਰੇ ਚੀਜ਼ਾਂ ਉਸ ਉਹਦੇ ਪ੍ਰਬੰਧ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਦਾ ਸਾਥ ਦਿੰਦੀਆਂ ਨੇ। ਤੇ ਦੇਸ਼ ਦੀ ਤਰੱਕੀ 'ਚ ਜਦੋਂ ਔਰਤਾਂ ਦੇ ਯੋਗਦਾਨ ਦੀ ਗੱਲ ਕਰਦੇ ਆ ਤੇ ਸਹਿਜਤਾ ਸੰਵੇਦਨਾ ਨਾਲ ਹੀ ਔਰਤਾਂ ਜਿਹੜੀਆਂ ਆਪਣੇ ਰੁਤਬੇ ਜਿਹੜੇ ਉਹ ਸੰਭਾਲਦੀਆਂ ਨੇ। ਤੇ ਜਦੋਂ ਮੈਮ ਅਸੀਂ ਘਰੇਲੂ ਔਰਤਾਂ ਦੀ ਬਰਿੰਦਰ 'ਚ ਗੱਲ ਕਰਦੇ ਹਾਂ ਤੇ ਘਰੇਲੂ ਔਰਤਾਂ ਦਾ ਵੀ ਮੈਂ ਸਮਝਦੀ ਹਾਂ ਕਿ ਇੱਕ ਯੋਗਦਾਨ ਉਹਨਾਂ ਦਾ ਵੀ ਹੈ ਦੇਸ਼ ਦੀ ਤਰੱਕੀ 'ਚ, ਉਹ ਕਿਸ ਤਰ੍ਹਾਂ ਦਾ ਯੋਗਦਾਨ ਹੈ? ਅਸੀਂ ਜੇ ਆਪਣੇ ਵੱਲ ਨਜ਼ਰ ਮਾਰੀਏ ਤਾਂ ਅੱਜ ਤੋਂ ਕੁਝ ਸਮਾਂ ਪਹਿਲੇ ਔਰਤ ਜਦੋਂ ਪੜ੍ਹੀ ਲਿਖੀ ਨਹੀਂ ਸੀ ਤਾਂ ਉਹਨਾਂ ਨੇ ਸਾਨੂੰ ਪੜ੍ਹਨ ਵਾਸਤੇ ਘਰੋਂ ਬਾਹਰ ਭੇਜਿਆ, ਔਰ ਇਹ ਉਹਨਾਂ ਦੀ ਇੱਕ ਦੂਰਅੰਦੇਸ਼ੀ ਹੈ ਬਿਲਕੁਲ ਜਿਹੜੀ ਉਹਨਾਂ ਨੇ ਉਸ ਵੇਲੇ ਭਾਂਪ ਲਈ ਕਿ ਜਿੱਥੇ ਮੇਰੇ ਬੇਟੇ ਨੂੰ ਜਿਹੜੀ ਹੈਗੀ ਹੈ ਐਜੂਕੇਸ਼ਨ ਦੀ ਜ਼ਰੂਰਤ ਹੈ, ਪੜ੍ਹੇ ਲਿਖੇ ਹੋਣ ਦੀ ਜ਼ਰੂਰਤ ਹੈ, ਉੱਥੇ ਮੇਰੀ ਬੇਟੀ ਵਾਸਤੇ ਵੀ ਇਸ ਦੇ ਬਰਾਬਰ ਖੜੇ ਹੋਣਾ ਜ਼ਿਆਦਾ ਜ਼ਰੂਰੀ ਹੈ। ਔਰ ਉਹ ਘਰ ਦੇ ਵਿੱਚ ਇੰਨੀ ਜਿਹੜੇ ਸક્ષਮ ਹੈ ਕੰਮਾਂ ਦੇ ਪ੍ਰਤੀ, ਉਹਦੀ ਇੰਨੀ ਡਿਵੋਸ਼ਨ ਹੈ, ਔਰ ਇਸੇ ਕਰਕੇ ਉਹ ਸਾਰਾ ਪ੍ਰਬੰਧ ਘਰੋਂ ਸਿੱਖਦੀ ਹੈ ਤੇ ਜਦੋਂ ਉਹ ਨਾਲ ਪੜ੍ਹ ਲਿਖ ਲੈਂਦੀ ਹੈ ਤੇ ਉਹਦੀ ਜਿਹੜੀ ਆਪਣੀ ਕੰਮ ਕਰਨ ਦੀ ਸ਼ਕਤੀ ਹੋਰ ਵੱਧਦੀ ਹੈ ਤੇ ਉਹ ਫਿਰ ਬਾਹਰ ਵੀ ਜਿਹੜਾ ਆਪਣਾ ਚਾਹੇ ਉਹ ਕਾਰਜ ਖੇਤਰ ਹੈ ਉਸ ਨੂੰ ਉਨੇ ਹੀ ਤਰੀਕੇ ਦੇ ਨਾਲ ਵੀ ਸੰਭਾਲਦੀ ਹੈ। ਬਿਲਕੁਲ ਉਹਨੂੰ ਪ੍ਰਬੰਧਨ ਦਾ ਪੂਰਾ ਤਜਰਬਾ ਹੈ। ਜੋ ਥੋੜਾ ਹੈ, ਜੇ ਪਤੀ ਥੋੜਾ ਕਮਾ ਕੇ ਲਿਆ ਕੇ ਦਿੰਦਾ ਹੈ ਤੇ ਟੱਬਰ ਵੱਡਾ ਹੈ ਤੇ ਉਹ ਉਹਨੇ ਪੈਸੇ ਦੇ ਵਿੱਚ ਹੀ ਉਸ ਟੱਬਰ ਨੂੰ ਵੀ ਪਾਲਦੀ ਹੈ। ਜੇ ਥੋੜਾ ਰਾਸ਼ਨ ਹੈ ਘਰ ਦੇ ਵਿੱਚ ਤੇ ਉਹ ਥੋੜੇ ਰਾਸ਼ਨ ਦੇ ਨਾਲ ਗੁਜ਼ਾਰਾ ਵੀ ਕਰਦੀ ਹੈ। ਤੇ ਇਸੇ ਤਰੀਕੇ ਦੇ ਨਾਲ ਜੇ ਕਾਰਜ ਖੇਤਰ ਦੇ ਵਿੱਚ ਜਿਹੜਾ ਉਹਦਾ ਦਫ਼ਤਰ ਹੋਏਗਾ ਜਾਂ ਕੰਮਕਾਜੀ ਸਥਾਨ ਹੋਏਗਾ, ਉੱਥੇ ਵੀ ਜੇ ਜਿਹੜੇ ਸੋਰਸ ਨੇ ਉਹਦੀ ਕਮੀ ਹੋਏਗੀ ਤੇ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਉਹ ਬਹੁਤ ਖੂਬਸੂਰਤੀ ਦੇ ਨਾਲ ਉਹਨੂੰ ਵੀ ਮਤਲਬ ਹੋਮ ਮੈਨੇਜਮੈਂਟ ਤੋਂ ਜਿਹੜੀ ਸੋਸ਼ਲ ਮੈਨੇਜਮੈਂਟ ਹੈ ਉਹਦੀ ਜਾਂ ਉਹਦੀ ਕੋਈ ਵੀ ਐਡਮਿਨਿਸਟ੍ਰੇਟਿਵ ਦੀ ਕੋਈ ਹੈ ਉਹਦੀ ਮੈਨੇਜਮੈਂਟ, ਇਹ ਜ਼ਰੂਰੀ ਹੈ ਸਾਡੇ ਸਮਾਜ ਨੂੰ ਸਮਝਣਾ ਕਿ ਉਹ ਹਾਂ ਪੱਖੀ ਸੋਚ ਰੱਖੇ ਔਰਤ ਦੇ ਪ੍ਰਤੀ। ਬਿਲਕੁਲ ਇਹ ਨਾ ਸਮਝੇ ਕਿ ਇਹ ਘਰੇਲੂ ਹੈ, ਇਹ ਕੰਮ ਕਾਜ ਕਰਦੀ ਹੈ, ਇਹਦਾ ਸਾਰਾ ਦਿਨ ਆਟੇ ਦੇ ਵਿੱਚ ਹੱਥ ਰਹਿੰਦਾ ਹੈ। ਜੇ ਆਟੇ ਦੇ ਵਿੱਚ ਹੱਥ ਰਹਿੰਦਾ ਹੈ ਤੇ ਰੋਟੀਆਂ ਚਾਰ ਜਿਹੜੀਆਂ ਨੇ ਉਹ ਬੰਦਾ ਖਾਂਦਾ ਹੈ ਤੇ ਉਹਦੇ ਵਿੱਚ ਸ਼ਕਤੀ ਆਉਂਦੀ ਹੈ ਤੇ ਬਾਹਰ ਜਾ ਕੇ ਉਹ ਕੰਮ ਕਾਜ ਕਰਦਾ ਹੈ। ਮਤਲਬ ਅਸੀਂ ਜੇ ਘਰੇਲੂ ਔਰਤਾਂ ਦਾ ਵੀ ਜਿਹੜਾ ਯੋਗਦਾਨ ਉਹਨੂੰ ਅੱਖੋਂ ਓਲੇ ਨਹੀਂ ਕਰ ਸਕਦੇ, ਇਹ ਚੀਜ਼ ਗੱਲ ਅਸੀਂ ਇਸ ਤੇ ਖਤਮ ਕਰਦੇ ਹਾਂ। ਅਗਲੀ ਗੱਲ ਮੈਮ, ਜਦੋਂ ਅਸੀਂ ਔਰਤਾਂ ਦੀ ਤਰੱਕੀ ਦੀ ਗੱਲ ਕਰੀ, ਰਾਜਨੀਤਿਕ ਖੇਤਰ 'ਚ ਔਰਤਾਂ ਆ ਗਈਆਂ, ਪ੍ਰਬੰਧਨ ਦੇ ਖੇਤਰ 'ਚ ਆ ਗਈਆਂ, ਹੋਰ ਜਿਹੜੇ ਖੇਤਰ ਨੇ ਉਹਨਾਂ 'ਚ, ਪਰ ਕੁਝ ਚੁਣੌਤੀਆਂ ਔਰਤਾਂ ਦੇ ਨਾਲ ਨਾਲ ਨੇ, ਜਿਵੇਂ ਔਰਤਾਂ ਦੇ ਤੇਜ਼ਾਬੀ ਹਮਲੇ ਆ, ਅਣਖ ਦੀ ਖਾਤਰ ਔਰਤਾਂ ਦੇ ਕਤਲ ਨੇ, ਜਾਂ ਔਰਤਾਂ ਦੀ ਕੋਈ ਦਾਜ ਦੀ ਕੋਈ ਸਮੱਸਿਆ ਜਾਂ ਭਰੂਣ ਹੱਤਿਆ ਦੀ ਸਮੱਸਿਆ, ਉਹ ਹਾਲੇ ਵੀ ਸਾਡੇ ਲਈ ਚੁਣੌਤੀਆਂ ਨੇ। ਉਹਨਾਂ ਲਈ ਤੁਸੀਂ ਸਾਨੂੰ ਇੱਕ ਸੁਨੇਹਾ ਔਰਤਾਂ ਨੂੰ ਕੀ ਦੇਣਾ ਚਾਹੋਗੇ ਕਿ ਔਰਤਾਂ ਜੇ ਉਹ ਸਸ਼ਕਤ ਹੋਣਾ ਚਾਹੁੰਦੀਆਂ ਨੇ ਤੇ ਇਹਨਾਂ ਚੁਣੌਤੀਆਂ ਦਾ ਕਿਸ ਤਰ੍ਹਾਂ ਸਾਹਮਣਾ ਕਰਨ? ਇਹ ਬਹੁਤ ਜ਼ਰੂਰੀ ਹੈ ਕੁਲਜੀਤ ਜੀ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿਆਂਗੀ ਕਿ ਕੁਝ ਸਾਲ ਪਹਿਲੇ ਜਦੋਂ ਬਤੌਰ ਅਧਿਆਪਕ ਮੈਂ ਕੰਮ ਕਰ ਰਹੀ ਸੀ, ਮੈਂ ਕਾਲਜ ਦਾ ਨਾਂ ਨਹੀਂ ਲਵਾਂਗੀ, ਮੈਂ ਉਸ ਪ੍ਰਿੰਸੀਪਲ ਦਾ ਨਾਂ ਵੀ ਨਹੀਂ ਲਵਾਂਗੀ, ਜਿਹੜਾ ਮੈਂ ਉਹਨਾਂ ਨੂੰ ਕਿਹਾ ਕਿ 8 ਮਾਰਚ ਉਦੋਂ ਨਵਾਂ ਅਜੇ ਮਨਾਉਣਾ ਸ਼ੁਰੂ ਹੋਇਆ ਸੀ ਇੰਟਰਨੈਸ਼ਨਲ ਵਿਮਨ ਡੇ, तो मैं क्या अंतर्राष्ट्रीय औरत दिवस के संबंध विच रोटरी क्लब ने मैनू लैक्चर वास्ते बुलाया है, ऑनर करना है तो मैनू छुट्टी दी जाए। सो वो मर्द की मानसिकता सी या कुछ होर सी, एकदम क्या कि ठीक है जाओ, आंदे ही मैनू दसना है, छुट्टी नहीं है, थोड़ा टाइम 2 घंटे वास्ते है, ठीक है जी। मैं कह के चलेगी, वापस आके जो मैं रिपोर्ट की कि सर मैं वापस आ गई हाँ, हाँ जी भड़का आए हो तुसी औरतां नूं। तुसी मनना नहीं कि उस वेले मेरे दिमाग दे विच की होएगा, जद कि मेरे परिवार दे विच इस तरह का कदे भी माहौल जिहड़ा है मैनूं देखण नूं सुणन नूं नहीं मिलिया है। एक तरह की बराबरी वाला समाज हमेशा रहा है। तो उत्थे फिर मेरा जवाब बड़ी हलीमी दे नाल यही सीगा कि मैं औरतां नूं भड़का के तां नहीं पर मर्दां नूं समझा के जरूर आई हाँ कि औरत किसी भी तरीके नाल किसी भी स्थान दे विच उसका रुतबा घट नहीं है। ये भी कौड़ा सच है साडे समाज का अज दे समय दा भी कि तुसी अखबार चुक के देख लो, उम्र का भी असी लिहाज नहीं करते कि 6 महीने की बच्ची, 6 साल की बच्ची, 16 साल की कुड़ी, 87 साल की औरत नूं इसी समाज दे विच जिहड़ा हैगा
ਉਹ ਗੈਂਗਰੇਪ ਅੱਜ ਵੀ ਹੋ ਰਹੇ ਨੇ, ਅੱਜ ਵੀ ਦਹੇਜ ਦੇ ਪਿੱਛੇ ਔਰਤ ਜਿਹੜੀ ਹੈ ਉਸ ਤੇ ਜ਼ੁਲਮ ਹੋ ਰਹੇ ਨੇ, ਅੱਜ ਵੀ ਬਜ਼ੁਰਗ ਔਰਤ ਨੂੰ ਜਿਹੜਾ ਚਾਹੇ ਤਾਂ ਬੇਟੇ ਵੱਲੋਂ ਵੀ ਤਾਂ ਅਸੁਰੱਖਿਅਤਾ ਦਾ ਮਾਹੌਲ ਦਿੱਤਾ ਜਾ ਰਿਹਾ ਹੈ। ਸੋ ਅੱਜ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਨੂੰ ਆਪਣੇ ਵਾਸਤੇ ਲੜਨ ਵਾਸਤੇ ਵੀ ਅੱਗੇ ਆਉਣਾ ਪਏਗਾ ਔਰ ਉਸ ਨੂੰ ਆਪਣੀ ਦੋਹਰੀ ਜਿਹੜੀ ਡਿਊਟੀ ਹੈ ਉਸ ਨੂੰ ਸਮਝਣਾ ਪਏਗਾ। ਇੱਕ ਪਾਸੇ ਤਾਂ ਦੇਖੋ ਅਸੀਂ ਆਪਣੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਪੈਦਾ ਵੀ ਕਰਨਾ ਹੈ, ਉਹਨਾਂ ਨੂੰ ਅੱਛਾ ਜੀਵਨ ਵੀ ਦੇਣਾ ਹੈ, ਸਿਹਤਮੰਦ ਜੀਵਨ ਦੇਣਾ ਹੈ ਔਰ ਪੜ੍ਹੇ ਲਿਖੇ ਹੋਣ ਦਾ ਜਿਹੜਾ ਰੁਤਬਾ ਹੈ ਉਹ ਵੀ ਦਿਵਾਉਣਾ ਹੈ ਤਾਂ ਕਿ ਉਹ ਜਾ ਕੇ ਅੱਗੇ ਸਮਾਜ ਦੇ ਵਿੱਚ ਕੰਮਕਾਜ ਕਰ ਸਕਣ ਤੇ ਆਪਣੇ ਪਤੀਆਂ ਦੇ ਨਾਲ ਜਾਂ ਆਪਣੇ ਸਾਥੀਆਂ ਦੇ ਨਾਲ ਮੋਢਾ ਮਿਲਾ ਕੇ ਚੱਲ ਸਕਣ। ਤੇ ਜਿਹੜੀ ਅਸੀਂ ਖਾਸ ਕਰਕੇ ਪੋਲਿਟਿਕਸ ਦੇ ਵਿੱਚ ਕਿਤੇ 33% ਦੀ ਜਾਂ ਕਿਤੇ 50% ਦੀ ਡਿਮਾਂਡ ਕਰਦੇ ਆ, ਰੱਬ ਕਰੇ ਕਿ ਇਹ ਸਾਨੂੰ ਪਿਛਲੀਆਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉੱਥੇ 50% ਜਿਹੜਾ ਹੈ ਉਹ ਦਿੱਤੀਆਂ ਗਈਆਂ ਨੇ ਸੀਟਾਂ, ਤੇ ਜ਼ਿਆਦਾ ਤੋਂ ਜ਼ਿਆਦਾ ਰਾਜਨੀਤਿਕ ਪਾਰਟੀਆਂ ਜਦੋਂ ਸਾਨੂੰ ਸਸ਼ਕਤ ਕਰਨਗੀਆਂ ਤੇ ਮੈਨੂੰ ਲੱਗਦਾ ਕਿ ਸਮਾਜਿਕ ਤੌਰ ਤੇ ਅਸੀਂ ਇਹ ਰੁਤਬਾ ਜਿਹੜਾ ਹੈ ਆਪਣੇ ਆਪ ਵੀ ਹਾਸਲ ਕਰ ਪਾਵਾਂਗੇ। ਜੇ ਅਸੀਂ ਅਰਧੰਗਨੀ ਦਾ ਇੱਕ ਨਾਮ ਹੈ ਤਾਂ ਸਮਾਜ ਦੀ ਤਰੱਕੀ 'ਚ ਵੀ ਉਹਦਾ ਅੱਧਾ ਜਿਹੜਾ ਹਿੱਸਾ ਆ ਉਹ ਉਸੇ ਤਰ੍ਹਾਂ ਨਾਲ ਜੇ ਰਹੇ ਤੇ ਬਿਹਤਰ ਸਮਾਜ ਦੀ ਉਸਾਰੀ ਜਿਹੜੀ ਹੋ ਸਕਦੀ ਆ। ਔਰ ਅਸੀਂ ਜਾਂਦੇ ਜਾਂਦੇ ਤੁਸੀਂ ਦੇਸ਼ ਦੀ ਤਰੱਕੀ 'ਚ ਔਰਤਾਂ ਦੇ ਯੋਗਦਾਨ ਲਈ ਉਹਨਾਂ ਦੀ ਆਤਮ ਨਿਰਭਰਤਾ, ਆਤਮ ਚਿੰਤਨ ਦੀ ਗੱਲ ਜ਼ਰੂਰ ਸਾਡੀਆਂ ਔਰਤ ਦਰਸ਼ਕਾਂ ਨਾਲ ਕਰੋ ਕਿ ਆਤਮ ਨਿਰਭਰਤਾ ਲਈ ਔਰਤਾਂ ਜਿਹੜੀਆਂ ਨੇ ਉਹ ਕੀ ਕਰ ਸਕਦੀਆਂ ਨੇ, ਕਿ ਆਪਣੇ ਅੰਦਰ ਕਿੱਦਾਂ ਦੀ ਚੇਤਨਾ ਪੈਦਾ ਕਰ ਸਕਦੀਆਂ। ਬਹੁਤ ਵਧੀਆ ਕੁਲਜੀਤ, ਮੈਂ ਮੰਨ ਕੇ ਚੱਲੀ ਹਾਂ ਕਿ ਜਿਵੇਂ ਸਾਨੂੰ ਇੱਕ ਮੌਕਾ ਮਿਲਦਾ ਹੈ ਉਸ ਮੌਕੇ ਨੂੰ ਇੱਕ ਸਾਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ ਆਪਣੀ ਪ੍ਰਾਪਤੀ ਦੇ ਵਿੱਚ। ਤੇ ਉਹ ਪ੍ਰਾਪਤੀ ਅਸੀਂ ਤਦ ਕਰ ਪਾਵਾਂਗੇ ਜੇ ਅਸੀਂ ਰੱਜ ਕੇ ਮਿਹਨਤ ਕਰਾਂਗੇ। ਸਾਡੇ 'ਚ ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਮੈਂ ਔਰਤ ਹਾਂ, ਮੈਂ ਇਹ ਕੰਮ ਨਹੀਂ ਕਰ ਸਕਦੀ, ਮੈਂ ਲੜਕੀ ਹਾਂ, ਮੈਂ ਬਾਹਰ ਨਹੀਂ ਜਾ ਕੇ ਕੰਮ ਕਰ ਸਕਦੀ, ਮੈਂ ਖਰੀਦਦਾਰੀ ਨਹੀਂ ਕਰ ਸਕਦੀ, ਮੈਂ ਜਿਹੜਾ ਇਕੋਨਮੀ ਹੈ ਉਸ ਨੂੰ ਸੰਭਾਲ ਨਹੀਂ ਸਕਦੀ, ਮੈਂ ਦੇਸ਼ ਨੂੰ ਨਹੀਂ ਸੰਭਾਲ ਸਕਦੀ ਹਾਂ। ਜੇ ਤੁਸੀਂ ਪਰਿਵਾਰ ਨੂੰ ਸੰਭਾਲ ਸਕਦੇ ਹੋ ਤਾਂ ਮੈਨੂੰ ਲੱਗਦਾ ਹੈਗਾ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਬਾਇਓਲੋਜੀਕਲੀ ਹੋ ਸਕਦਾ ਹੈ ਕਿ ਸਾਡੇ ਵਿੱਚ ਉਨੀ ਜਿਹੜੀ ਹੈ ਪਾਵਰ ਹੈਗੀ ਉਹ ਨਾ ਹੋਵੇ, ਪਰ ਜਦੋਂ ਇਹ ਸਾਨੂੰ ਮਾਈਂਡਸੈਟ ਸਾਡਾ ਚੇਂਜ ਕਰਨਾ ਪਏਗਾ, ਸਾਨੂੰ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਇਹ ਬਦਲਣਾ ਪਏਗਾ, ਸਮਾਜ ਨੂੰ ਵੀ ਬਦਲਣਾ ਪਏਗਾ, ਸਾਨੂੰ ਆਪਣੇ ਆਪ ਨੂੰ ਵੀ ਬਦਲਣਾ ਪਏਗਾ, ਆਪਣੀ ਇੱਜ਼ਤ ਵੀ ਆਪ ਵੀ ਕਰਨੀ ਪਏਗੀ ਤੇ ਤਾਂ ਹੀ ਦੂਸਰੇ ਲੋਕ ਜਿਹੜੇ ਹੈਗੇ ਨੇ ਸਮਾਜ ਦੇ ਵਿੱਚ ਤੁਹਾਡੇ ਹੋਰ ਸਾਥੀ ਨੇ ਉਹ ਤੁਹਾਡੀ ਇੱਜ਼ਤ ਕਰਨਗੇ। ਜਦੋਂ ਤੁਸੀਂ ਕਿਸੇ ਵੀ ਕੰਮ ਤੋਂ ਨਜ਼ਰ ਨਹੀਂ ਚੁਰਾਓਗੇ ਔਰ ਜਦੋਂ ਤੁਸੀਂ ਸਖਤ ਮਿਹਨਤ ਕਰੋਗੇ ਤੇ ਤੁਹਾਨੂੰ ਆਪਣਾ ਰੁਤਬਾ ਜਿਹੜਾ ਹੈ ਉਹ ਆਪਣੇ ਆਪ ਮਿਲਦਾ ਜਾਏਗਾ। ਤੁਸੀਂ ਨਦੀ ਹੋ ਤੇ ਤੁਸੀਂ ਸਮੁੰਦਰ ਦੇ ਵਿੱਚ ਜਾਣਾ ਹੈ, ਨਦੀਆਂ ਆਪਣਾ ਰਾਹ ਆਪ ਚੁਣਦੀਆਂ ਨੇ ਤੇ ਫਿਰ ਜਾ ਕੇ ਤੇ ਵੱਡੇ ਸਮੁੰਦਰ ਦੇ ਵਿੱਚ ਸਮਾਜ ਰੂਪੀ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਉਹ ਜਾ ਕੇ ਸਮਾਉਣਾ ਹੈਗਾ। ਸੋ ਇਸ ਕਰਕੇ ਆਪਣੇ ਰਸਤੇ ਅਸੀਂ ਆਪ ਚੁਣਨੇ ਸਿੱਖੀਏ। ਬਹੁਤ ਅੱਛਾ ਕਿਹਾ ਜਾਂਦਾ ਨਾ, ਨਾਰੀ ਹਾਂ ਸਿਰਜਣਹਾਰੀ ਹਾਂ ਮੈਂ, ਅਬਲਾ ਤੇ ਨਾ ਹੀ ਵਿਚਾਰੀ ਹਾਂ ਮੈਂ। ਬਿਲਕੁਲ ਜੀ ਬਿਲਕੁਲ। ਮੈਂ ਸੁਪਨਿਆਂ ਨੂੰ ਦਿੱਤੀ ਹੈ ਪ੍ਰਵਾਸ ਤੇ ਅੰਬਰਾਂ 'ਚ ਲਾਉਂਦੀ ਉਡਾਰੀ ਹਾਂ ਮੈਂ। ਤੁਹਾਡੀ ਸਾਰੀ ਗੱਲਬਾਤ ਤੋਂ ਸਾਡੀਆਂ ਜਿਹੜੀਆਂ ਦਰਸ਼ਕ ਨੇ ਉਹਨਾਂ ਨੂੰ ਇਹ ਪਤਾ ਚੱਲ ਗਿਆ ਕਿ ਔਰਤ ਦੇ ਅੰਦਰ ਜਿਹੜੀ ਇੱਕ ਆਤਮ ਚੇਤਨਾ ਦਾ ਜੇ ਵਿਕਾਸ ਹੁੰਦਾ ਹੈ ਤਾਂ ਉਹ ਜ਼ਰੂਰ ਸਮਾਜ ਦੇ ਹਰ ਖੇਤਰ 'ਚ ਮੱਲਾਂ ਮਾਰ ਸਕਦੀ ਹੈ, ਕਿਉਂਕਿ ਦੇਸ਼ ਦੀ ਤਰੱਕੀ 'ਚ ਔਰਤਾਂ ਦਾ ਉਨਾ ਹੀ ਯੋਗਦਾਨ ਹੈ ਜਿੰਨਾ ਕਿ ਮਰਦਾਂ ਦਾ। ਤਾਂ ਅਸੀਂ ਅੱਜ ਤੁਹਾਡਾ ਇਸ ਦੂਰਦਰਸ਼ਨ ਦੇ ਇਸ ਪ੍ਰੋਗਰਾਮ 'ਚ ਆਉਣ ਲਈ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਵਰਿੰਦਰ ਜੀ। ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜੋ ਸਾਨੂੰ ਇੱਕ ਵੰਗਾਰਾਂ, ਜੋ ਚੁਣੌਤੀਆਂ ਨੇ ਉਹਨਾਂ ਬਾਰੇ ਸਾਨੂੰ ਜਾਣੂ ਕਰਵਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ ਇਸ ਪ੍ਰੋਗਰਾਮ 'ਚ ਸੱਦਣ ਵਾਸਤੇ।